ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ। ਜਿਵੇਂ ਕਿ ਤੁਹਾਨੂੰ ਪਤਾ ਹੈ ਹਰੇਕ ਸੰਡੇ ਆਪਾਂ ਆਲ ਸਬਜੈਕਟ ਮੌਕ ਟੈਸਟ ਕਵਰ ਕਰਦੇ ਹਾਂ, ਜੋ ਆਪਾਂ ਇੱਕ ਵੀਕ ਦੇ ਵਿੱਚ ਟੌਪਿਕ ਕਵਰ ਕਰਦੇ ਹਾਂ। ਇਸ ਮੌਕ ਟੈਸਟ ਦੇ ਵਿੱਚ ਆਪਾਂ ਉਹਦੇ ਵਿੱਚੋਂ ਕੁਝ ਇੰਪੋਰਟੈਂਟ MCQ ਲੈਣੇ ਆ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਨੇ। ਇਹ MCQ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣਗੇ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ। ਪਰ ਜਿਵੇਂ ਕਿ ਤੁਹਾਨੂੰ ਇਹ ਵੀ ਪਤਾ ਹੈ ਕਿ ਪੰਜਾਬ ਸਰਕਾਰ ਨੇ ਹਰੇਕ ਕੰਪੀਟੀਟਿਵ ਐਗਜ਼ਾਮ ਲਈ ਪੰਜਾਬੀ ਐਲੀਜੀਬਿਲਿਟੀ ਟੈਸਟ ਜ਼ਰੂਰੀ ਕਰ ਦਿੱਤਾ, ਜਿਸ ਵਿੱਚੋਂ ਜੇਕਰ ਤੁਸੀਂ 50% ਨੰਬਰ ਲੈਣੇ ਹੋ ਫਿਰ ਹੀ ਤੁਸੀਂ ਪੇਪਰ B ਦੇ ਲਈ ਕੁਆਲੀਫਾਈ ਮੰਨੇ ਜਾਓਗੇ। ਸੇਮ ਉਹੀ ਪੈਟਰਨ ਨਾਲ ਜਿਵੇਂ ਤੁਹਾਡਾ ਪੇਪਰ ਹੋਣਾ ਹੈ, ਸੇਮ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਸਾਰੇ ਸਿਲੇਬਸ ਦੇ ਵਿੱਚੋਂ ਆਲ ਸਬਜੈਕਟ ਇੰਪੋਰਟੈਂਟ MCQ ਦਾ ਮੌਕ ਟੈਸਟ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਜਿਹੜਾ ਕਿ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਸਾਰੇ ਸਬਜੈਕਟਾਂ ਦੇ ਵਿੱਚੋਂ ਤਿਆਰ ਕੀਤਾ ਗਿਆ ਹੈ। ਸਾਰੇ ਹੀ ਸਬਜੈਕਟ ਇਸ ਦੇ ਵਿੱਚ ਇਨਕਲੂਡਡ ਨੇ ਤੇ ਇਹ ਉਹ MCQ ਨੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ ਹੋ ਚੁੱਕੇ ਨੇ। ਸੋ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਵੀਡੀਓ ਨੂੰ ਐਜ਼ ਅ ਟੈਸਟ ਮੰਨ ਕੇ ਮੇਰੇ ਨਾਲ MCQ ਹਰੇਕ ਅਟੈਂਪਟ ਕਰਨਾ ਤੇ ਆਪਣੇ ਆਨਸਰ ਇੱਕ ਪੇਜ ਤੇ ਲਿਖਦੇ ਜਾਓ। ਜੇਕਰ ਤੁਹਾਡਾ ਆਨਸਰ ਸਹੀ ਹੁੰਦਾ ਤਾਂ ਉਸ ਤੇ ਟਿਕ ਕਰ ਲਓ, ਜੇਕਰ ਤੁਹਾਡਾ ਆਨਸਰ ਤੁਸੀਂ ਗਲਤ ਸੋਚ ਰਹੇ ਹੋ ਤਾਂ ਉਸ ਨੂੰ ਰੋਂਗ ਕਰ ਲਓ। ਠੀਕ ਹੈ, ਇਸ ਦੇ ਨਾਲ ਕੀ ਹੋਵੇਗਾ ਕਿ ਤੁਸੀਂ ਆਸਾਨੀ ਦੇ ਨਾਲ ਕਾਊਂਟ ਕਰ ਸਕਦੇ ਹੋ ਅਤੇ ਤੁਹਾਡਾ ਐਲੀਜੀਬਿਲਿਟੀ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਬਣਦੇ ਆ। ਜੇਕਰ ਤੁਹਾਡੇ 25 ਨੰਬਰ ਬਣਦੇ ਆ ਜਾਂ ਤੁਹਾਡੇ ਵੈਸੇ ਤਾਂ ਮੇਰੇ ਅਕੋਰਡਿੰਗ 50 ਦੇ 50 ਹੀ ਬਣਨੇ ਚਾਹੀਦੇ ਆ, ਪਰ ਜੇਕਰ ਤੁਹਾਡੇ ਇਸ ਤੋਂ ਘੱਟ ਨੰਬਰ ਬਣ ਰਹੇ ਆ ਤਾਂ ਤੁਹਾਨੂੰ ਆਪਣੇ ਆਪ ਜਦੋਂ ਤੁਸੀਂ ਆਪਣੇ ਮਾਰਕਸ ਕਾਊਂਟ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਕਿ ਤੁਹਾਨੂੰ ਕਿੰਨੀ ਕੁ ਜ਼ਿਆਦਾ ਲੋੜ ਆ ਪੰਜਾਬੀ ਐਲੀਜੀਬਿਲਿਟੀ ਟੈਸਟ ਦੀ ਤਿਆਰੀ ਕਰਨ ਦੀ। ਤੁਸੀਂ ਫਿਰ ਉਸੇ ਹਿਸਾਬ ਨਾਲ ਆਪਣੀ ਤਿਆਰੀ ਆ ਜਿਹੜੀ ਸ਼ੁਰੂ ਕਰ ਸਕਦੇ ਹੋ, ਕਿਉਂਕਿ ਪੇਪਰ B ਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਲਈ ਪੇਪਰ A ਕਲੀਅਰ ਕਰਨਾ। ਜੇਕਰ ਪੇਪਰ A ਕਲੀਅਰ ਹੋਵੇਗਾ ਫਿਰ ਹੀ ਤੁਸੀਂ ਪੇਪਰ B ਦੇ ਲਈ ਕੁਆਲੀਫਾਈ ਮੰਨੇ ਜਾਓਗੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਪਹਿਲਾਂ ਪੰਜਾਬੀ ਐਲੀਜੀਬਿਲਿਟੀ ਟੈਸਟ ਕਵਰ ਕਰਾਂਗੇ। ਉਸ ਤੋਂ ਬਾਅਦ 8:30 ਵਜੇ ਤੁਹਾਡਾ ਜਿਹੜਾ ਸੈਕਿੰਡ ਮੌਕ ਟੈਸਟ ਆ ਜਾਨੀ ਕਿ ਤੁਹਾਡਾ ਆਲ ਸਬਜੈਕਟ ਮੌਕ ਟੈਸਟ ਜਿਹੜਾ ਕਿ ਮੇਨ ਪੇਪਰ ਆ ਜਿਹਨੂੰ ਤੁਸੀਂ ਪੇਪਰ B ਵੀ ਬੋਲ ਸਕਦੇ ਹੋ, ਉਸ ਨੂੰ ਅਸੀਂ ਕਵਰ ਕਰਨਾ ਤੇ ਤੁਸੀਂ ਉਸ ਦੇ ਵਿੱਚ ਵੀ ਆਪਣੀ ਹਾਜ਼ਰੀ ਜ਼ਰੂਰ ਲਵਾਉਣੀ ਆ ਸਾਰਿਆਂ ਨੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ? ਹਰ ਇੱਕ MCQ ਨੂੰ ਅਟੈਂਪਟ ਕਰਨ ਦੇ ਲਈ ਤੁਹਾਨੂੰ 3 ਸੈਕਿੰਡ ਦਿੱਤੇ ਜਾਣਗੇ। ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਨਿਯੁਕਤ ਕੀਤਾ, ਜਿਨ੍ਹਾਂ ਦਾ ਮੁੱਢਲਾ ਨਾਮ ਸੀ ਭਾਈ ਲਹਿਣਾ ਜੀ। ਆਪਸ਼ਨ ਨੰਬਰ ED ਇਜ਼ ਦਾ ਰਾਈਟ ਆਨਸਰ। ਤੁਹਾਨੂੰ ਆਪਸ਼ਨ ਇਸ ਤਰ੍ਹਾਂ ਵੀ ਆ ਸਕਦੀਆਂ ਤੇ ਗੁਰੂ ਜੀ ਦੇ ਅਸਲੀ ਨਾਮ ਲਿਖ ਕੇ ਵੀ ਆ ਸਕਦੀਆਂ, ਜਾਨੀ ਕਿ ਭਾਈ ਸ਼੍ਰੀ ਗੁਰੂ ਅੰਗਦ ਦੇਵ ਜੀ ਲਿਖਿਆ ਵੀ ਆ ਸਕਦਾ। ਠੀਕ ਹੈ, ਇਸ ਕਰਕੇ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ ਹੈ ਜੀ, ਗੁਰੂ ਨਾਨਕ ਦੇਵ ਜੀ ਦੀ ਉਹ ਕਿਹੜੀ ਬਾਣੀ ਹੈ ਜਿਸ ਵਿੱਚ ਇਸਤਰੀ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਗਿਆ ਹੈ? ਹਾਂਜੀ, ਉਹ ਕਿਹੜੀ ਬਾਣੀ ਆ ਜਿਸ ਦੇ ਵਿੱਚ ਇਸਤਰੀ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਗਿਆ ਹੈ? ਠੀਕ ਹੈ, ਤਾਂ ਉਹ ਬਾਣੀ ਆ ਜੀ, ਦੱਸੋ ਜਲਦੀ ਨਾਲ। ਕਮੈਂਟ ਬਾਕਸ ਦੇ ਵਿੱਚ ਵੀ ਆਨਸਰ ਲਿਖ ਸਕਦੇ ਹੋ ਜੇਕਰ ਨੋਟਬੁੱਕ ਨਹੀਂ ਹੈ ਤੁਹਾਡੇ ਕੋਲ ਇਸ ਟਾਈਮ। ਹਾਂਜੀ, ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਆਸਾਂ ਦੀ ਬਾਰ, ਜਿਸ ਦੇ ਵਿੱਚ ਉਹਨਾਂ ਨੇ ਇਸਤਰੀ ਪ੍ਰਤੀ ਸਤਿਕਾਰ ਪ੍ਰਗਟ ਕੀਤਾ। ਆਪਸ਼ਨ ਊੜਾ ਇਜ਼ ਦਾ ਰਾਈਟ ਆਨਸਰ, ਆਸਾਂ ਦੀ ਬਾਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਕਿਸ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ? ਹਾਂਜੀ, ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ ਜਾਂ ਗੁਰਮੁਖੀ ਲਿਪੀ ਦੀ ਖੋਜ ਕਿਹਨਾਂ ਨੇ ਕੀਤੀ ਸੀ? ਇਸ ਤਰ੍ਹਾਂ ਵੀ ਤੁਹਾਨੂੰ ਲਿਖਿਆ ਆ ਸਕਦਾ। ਠੀਕ ਹੈ, ਤਾਂ ਇਹ ਗੁਰਮੁਖੀ ਲਿਪੀ ਆ ਜੋ ਇਹਨੂੰ ਹਰਮਨ ਪਿਆਰਾ ਬਣਾਇਆ ਵਾ ਗੁਰੂ ਅੰਗਦ ਦੇਵ ਜੀ ਨੇ। ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ। ਠੀਕ ਹੈ, ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ। ਅਗਲਾ ਪ੍ਰਸ਼ਨ, ਉਦਾਸੀ ਮਤ ਦਾ ਸੰਸਥਾਪਕ ਕੌਣ ਸੀ? ਹਾਂਜੀ, ਉਦਾਸੀ ਮਤ ਵੈਰੀ ਵੈਰੀ ਇੰਪੋਰਟੈਂਟ। ਉਦਾਸੀ ਮਤ ਦੇ ਸੰਸਥਾਪਕ ਸੀ ਬਾਬਾ ਸ਼੍ਰੀ ਚੰਦ। ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ। ਜੇਕਰ ਤੁਹਾਨੂੰ ਸਮਾਂ ਥੋੜਾ ਲੱਗ ਰਿਹਾ ਹੈ ਕਿ ਮੈਂ ਤੁਹਾਨੂੰ ਸਮਾਂ ਘੱਟ ਦੇ ਰਹੀ ਹਾਂ ਤੁਹਾਡਾ ਆਨਸਰ ਸੋਚਣ ਦੇ ਲਈ, ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਅਧੀਨ ਦਰਜ ਹੈ? ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਦਰਜ ਆ?
ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਆੜਾ 30। ਗੁਰੂ ਅਰਜਨ ਦੇਵ ਜੀ ਦੀ ਬਾਣੀ ਵੀ 30 ਰਾਗਾਂ ਦੇ ਵਿੱਚ ਦਰਜ ਆ ਤੇ ਗੁਰੂ ਰਾਮਦਾਸ ਜੀ ਦੀ ਬਾਣੀ ਵੀ 30 ਰਾਗਾਂ ਦੇ ਵਿੱਚ ਦਰਜ ਆ। ਟੋਟਲ ਕਿੰਨੇ ਰਾਗਾਂ ਦੇ ਵਿੱਚ ਬਾਣੀ ਦਰਜ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ? ਤਾਂ ਉਹ ਹੈਗੇ ਆ ਜੀ 31 ਰਾਜ। ਜੇਕਰ ਤੁਹਾਨੂੰ ਓਵਰਆਲ ਪੁੱਛ ਲਿਆ ਜਾਵੇ ਤਾਂ ਫਿਰ ਤੁਸੀਂ ਕਿੰਨੇ ਲਗਾਓਗੇ? 60। ਠੀਕ ਹੈ ਜੀ। ਅਗਲਾ ਪ੍ਰਸ਼ਨ, ਗੁਰੂ ਰਾਮਦਾਸ ਜੀ ਕਿੰਨੀਆਂ 12 ਲਿਖੀਆਂ ਹਨ? ਹਾਂਜੀ, ਵੈਰੀ ਇੰਪੋਰਟੈਂਟ। ਗੁਰੂ ਰਾਮਦਾਸ ਜੀ ਦੁਆਰਾ ਲਿਖੀਆਂ ਗਈਆਂ 12 ਦੀ ਗਿਣਤੀ ਪੁੱਛੀ ਗਈ ਹੈ ਇੱਥੇ। ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ MCQ ਇਸ ਮੌਕ ਟੈਸਟ ਦੇ ਵਿੱਚ ਕਵਰ ਕੀਤੇ ਗਏ ਆ ਤੇ ਜਿੰਨਾ ਹੋ ਸਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਹਰੇਕ ਸਟੂਡੈਂਟਸ ਦਾ ਭਲਾ ਹੋ ਸਕੇ। ਮੇਰਾ ਟਾਰਗੇਟ ਇਹੀ ਆ ਕਿ ਆਪਾਂ ਸਾਰੇ ਸਟੂਡੈਂਟਸ ਨੂੰ ਮਤਲਬ ਕਿ ਹਰੇਕ ਪਿੰਡ ਦੇ ਘਰ ਤੱਕ शहर ਦੀ ਮਹਿੰਗੀ ਕੋਚਿੰਗ ਆ ਜਿਹੜੀ ਬਿਲਕੁਲ ਫ੍ਰੀ ਪਹੁੰਚੇ। ਠੀਕ ਹੈ, ਆਪਾਂ ਤੁਹਾਨੂੰ ਪਤਾ ਹੈ ਕੋਈ ਵੀ ਵੀਡੀਓ ਪ੍ਰਾਈਵੇਟ ਨਹੀਂ ਕੀਤੀ ਹੋਏਗੀ। ਸਾਰੀਆਂ ਕਲਾਸਾਂ ਆਪਣੀਆਂ ਬਿਲਕੁਲ ਫ੍ਰੀ ਆਫ ਕਾਸਟ ਲੱਗ ਰਹੀਆਂ ਨੇ। ਕਿਸੇ ਦਾ ਵੀ ਆਪਾਂ ਕੋਈ ਰੁਪਈਆ ਵੀ ਨਹੀਂ ਰੱਖਿਆ ਹੋਇਆ ਤਾਂ ਜੋ ਸਾਰੇ ਸਟੂਡੈਂਟਸ ਪੜ੍ਹ ਸਕਣ ਤੇ ਪੜ੍ਹ ਕੇ ਆਪਣਾ ਪੇਪਰ ਦੇ ਸਕਣ। ਠੀਕ ਹੈ ਜੀ। ਤਾਂ ਹੁਣ ਤੁਸੀਂ ਜਲਦੀ ਨਾਲ ਇਸ MCQ ਦਾ ਆਨਸਰ ਦਿਓ ਕਿ ਗੁਰੂ ਰਾਮਦਾਸ ਜੀ ਨੇ ਕਿੰਨੀਆਂ 12 ਲਿਖੀਆਂ ਨੇ? ਤਾਂ ਰਾਈਟ ਆਨਸਰ ਹੈ ਜੀ 8। 12 ਲਿਖੀਆਂ ਨੇ ਗੁਰੂ ਰਾਮਦਾਸ ਜੀ ਨੇ। ਅਗਲਾ ਪ੍ਰਸ਼ਨ, ਸਿੱਖਾਂ ਦੇ ਕੇਂਦਰੀ ਧਾਰਮਿਕ ਗ੍ਰੰਥ ਦਾ ਨਾਮ ਦੱਸੋ। ਹਾਂਜੀ, ਵੈਰੀ ਇੰਪੋਰਟੈਂਟ। ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਕਿਹੜਾ ਹੈ ਤੁਸੀਂ ਉਹ ਦੱਸਣਾ ਹੈ। ਤਾਂ ਰਾਈਟ ਆਨਸਰ ਹੈ ਜੀ ਆਦਿ ਗ੍ਰੰਥ ਸਾਹਿਬ, ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਜਿਹੜਾ ਕੇਂਦਰੀ ਧਾਰਮਿਕ ਗ੍ਰੰਥ ਆ। ਤਾਂ ਆਪਸ਼ਨ ਇੱਥੇ A ਰਾਈਟ ਸੀ, ਆਦਿ ਗ੍ਰੰਥ ਸਾਹਿਬ ਜੀ, ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਕੇਂਦਰੀ ਧਾਰਮਿਕ ਗ੍ਰੰਥ ਹੈ ਜਿਸ ਦਾ ਸੰਕਲਨ 1604 ਈਸਵੀ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਜੇਕਰ ਤੁਹਾਨੂੰ ਇਹ ਆ ਜਾਵੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਕਿੰਨਾ ਨੇ ਆ ਤਾਂ ਲਿਖਿਆ ਹੈ ਜੀ ਭਾਈ ਗੁਰਦਾਸ ਜੀ ਨੇ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਇਸ ਦੇ ਪਹਿਲੇ ਗ੍ਰੰਥੀ ਕੌਣ ਸੀ? ਬਾਬਾ ਬੁੱਢਾ ਜੀ। ਧਿਆਨ ਦੇਣਾ ਇਸ ਗੱਲ ਤੇ। ਅਗਲਾ ਪ੍ਰਸ਼ਨ, ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਂ ਦੱਸੋ। ਹਾਂਜੀ, ਸਿੱਖਾਂ ਦਾ ਕੇਂਦਰੀ ਧਾਰਮਿਕ ਗੁਰਦੁਆਰਾ ਜਿਸ ਦੀ ਵਜ੍ਹਾ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਿੱਖਾਂ ਦੀ ਧਾਰਮਿਕ ਰਾਜਧਾਨੀ ਮੰਨਿਆ ਜਾਂਦਾ ਹੈ ਜਾਂ ਪੰਜਾਬ ਦੀ ਧਾਰਮਿਕ ਰਾਜਧਾਨੀ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਮ ਆ ਜੀ ਹਰਮੰਦਰ ਸਾਹਿਬ। ਆਪਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਚੱਕ ਨਾਨਕੀ ਬਾਅਦ ਵਿੱਚ ਕਿਸ ਨਾਮ ਨਾਲ ਪ੍ਰਸਿੱਧ ਹੋਇਆ। ਹਾਂਜੀ, ਚੱਕ ਨਾਨਕੀ ਹੁਣ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਜਾਂ ਚੱਕ ਨਾਨਕੀ ਕਿਹੜੇ ਸ਼ਹਿਰ ਦਾ ਪੁਰਾਣਾ ਨਾਮ ਹੈ। ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1, ਜਾਨੀ ਕਿ ਸ਼੍ਰੀ ਅਨੰਦਪੁਰ ਸਾਹਿਬ ਜਿਸ ਦੀ ਸਥਾਪਨਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ। ਠੀਕ ਹੈ, ਇਸ ਦਾ ਪੁਰਾਣਾ ਨਾਮ ਸੀ ਚੱਕ ਨਾਨਕੀ ਸ਼੍ਰੀ ਅਨੰਦਪੁਰ ਸਾਹਿਬ ਦਾ ਤੇ ਹੁਣ ਇਸ ਦਾ ਪ੍ਰਸਿੱਧ ਨਾਮ ਆ ਅਨੰਦਪੁਰ ਸਾਹਿਬ। ਅਗਲਾ ਪ੍ਰਸ਼ਨ ਆ ਜੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ। ਹਾਂਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਜਿਹੜਾ ਤਤਕਾਲੀਨ ਕਾਰਨ ਸੀ ਉਹ ਕਿਹੜਾ ਸੀਗਾ। ਤਾਂ ਉਹ ਸੀ ਜੀ ਕਸ਼ਮੀਰੀ ਪੰਡਿਤ ਆਪਣੀ ਫਰਿਆਦ ਲੈ ਕੇ ਆਈ ਸੀ। ਤੁਹਾਨੂੰ ਪਤਾ ਹੈ ਕਿ ਔਰੰਗਜ਼ੇਬ ਸਾਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾਂ ਗੁਰੂ ਜੀ ਨੇ ਬੋਲਿਆ ਸੀ ਕਿ ਇਸ ਸਮੇਂ ਕਿਸੇ ਮਹਾਨ ਮਹਾਪੁਰਖ ਦੀ ਕੁਰਬਾਨੀ ਦੀ ਲੋੜ ਆ। ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਕੋਲ ਹੀ ਬੈਠੇ ਸੀ। 9 ਸਾਲ ਦੀ ਉਮਰ ਦੇ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਸੀ, ਪਿਤਾ ਜੀ ਤੁਹਾਡੇ ਨਾਲੋਂ ਮਹਾਨ ਮਹਾਪੁਰਖ ਕੌਣ ਹੋ ਸਕਦਾ ਇਸ ਦੁਨੀਆ ਤੇ। ਤਾਂ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਆਪ ਗਏ ਸੀ ਆਪਣੀ ਕੁਰਬਾਨੀ ਦੇਣ ਲਈ ਦਿੱਲੀ। ਠੀਕ ਹੈ, ਜਿੱਥੇ ਉਹ ਸ਼ਹੀਦ ਹੋਏ ਤੇ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਗੁਰਦੁਆਰਾ ਬਣਿਆ ਹੈ ਸ਼ੀਸ਼ਗੰਜ ਸਾਹਿਬ। ਠੀਕ ਹੈ, ਗੁਰਦੁਆਰਾ ਸ਼ੀਸ਼ਗੰਜ ਸਾਹਿਬ। ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਜੀ 2, ਕਸ਼ਮੀਰੀ ਪੰਡਤਾਂ ਦੀ ਪੁਕਾਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟਾ ਗੁਰੂ ਕਾ ਬੇਟਾ ਕਿਸ ਨੂੰ ਕਿਹਾ ਸੀ। ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪ ਗਏ, ਗੁਰੂ ਤੇਗ ਬਹਾਦਰ ਜੀ ਜਦੋਂ ਆਪ ਗਏ ਸੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਆਪਣੀ ਕੁਰਬਾਨੀ ਦੇਣ ਦੇ ਲਈ, ਤਾਂ ਉਸ ਸਮੇਂ ਔਰੰਗਜ਼ੇਬ ਨੇ ਉਹਨਾਂ ਨੂੰ ਬੋਲਿਆ ਸੀ ਕਿ ਤੁਸੀਂ ਇਹਨਾਂ ਦੀ ਸਹਾਇਤਾ ਕਰਨ ਲਈ ਆਏ ਹੋ ਤਾਂ ਦੱਸੋ ਤੁਹਾਡੇ 'ਚ ਕਿਹੜਾ ਇਦਾਂ ਦਾ ਜਾਦੂ ਆ ਕਿ ਜਿਹਦੇ ਨਾਲ ਤੁਸੀਂ
ਤਾਂ ਇਹਨਾਂ ਦੀ ਸਹਾਇਤਾ ਕਰੋਗੇ। ਤਾਂ ਗੁਰੂ ਜੀ ਨੇ ਕਿਹਾ ਸੀ ਕਿ ਪਹਿਲਾਂ ਮੈਨੂੰ ਤੁਸੀਂ ਇੱਕ ਉਹਨਾਂ ਨੇ ਪੇਜ ਮੰਗਿਆ ਤੇ ਪੈਨ ਮੰਗਿਆ ਤੇ ਗੁਰੂ ਜੀ ਨੇ ਫਿਰ ਲਿਖ ਕੇ ਕੁਝ ਆਪਣੇ ਗਲ ਦੇ ਵਿੱਚ ਪਾਇਆ ਤੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਮੇਰਾ ਸਿਰ ਕੱਟੋ, ਮੇਰਾ ਸਿਰ ਮੇਰੀ ਧੜ ਨਾਲੋਂ ਅਲੱਗ ਨਹੀਂ ਹੋਵੇਗਾ। ਤੇ ਜਦੋਂ ਅਜਿਹਾ ਕੀਤਾ ਗਿਆ ਤਾਂ ਉਸ ਸਮੇਂ ਗੁਰੂ ਜੀ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ। ਤੇ ਜਦੋਂ ਉਹਨਾਂ ਨੇ ਉਹ ਪਰਚੀ ਖੋਲ ਕੇ ਪੜਿਆ ਤਾਂ ਉਹਦੇ ਉੱਪਰ ਲਿਖਿਆ ਸੀ ਕਿ ਮੈਂ ਸਿਰ ਦੇਤਾ ਪਰ ਆਪਣਾ ਸਿੱਖੀ ਸਿਦਕ ਨਹੀਂ ਜਾਣ ਦਿੱਤਾ, ਜਾਣੀ ਕਿ ਆਪਣਾ ਧਰਮ ਨਹੀਂ ਗਵਾਇਆ। ਠੀਕ ਹੈ, ਤਾਂ ਇਹ ਲਿਖਿਆ ਹੋਇਆ ਸੀਗਾ ਉੱਥੇ। ਠੀਕ ਹੈ, ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਸਿਰ ਨੂੰ ਕੱਟ ਦਿੱਤਾ ਗਿਆ, ਸਿਰ ਆ ਜਿਹੜਾ ਧੜ ਨਾਲੋਂ ਅਲੱਗ ਹੋ ਗਿਆ, ਤਾਂ ਉਹਨਾਂ ਦੇ ਸ਼ੀਸ਼ ਨੂੰ, ਪਵਿੱਤਰ ਸ਼ੀਸ਼ ਨੂੰ ਚੱਕ ਕੇ ਲੈ ਕੇ ਆਏ ਸੀ ਭਾਈ ਜੇਤਾ ਜੀ। ਠੀਕ ਹੈ ਜੀ, ਭਾਈ ਜੇਤਾ ਜੀ ਚੱਕ ਕੇ ਲੈ ਕੇ ਆਏ ਸੀਗੇ, ਜਿਹੜਾ ਕਿ ਰੰਗਰੇਟਾ ਜਾਤ ਦਾ ਸੀਗਾ। ਠੀਕ ਹੈ, ਜਦੋਂ ਉਹਨਾਂ ਦੇ ਸੀਸ ਨੂੰ ਚੱਕ ਕੇ ਲੈ ਕੇ ਆਏ ਪਵਿੱਤਰ ਸੀਸ ਨੂੰ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਰੰਗਰੇਟਾ ਗੁਰੂ ਕਾ ਬੇਟਾ, ਵੀ ਤੂੰ ਹੀ ਗੁਰੂ ਦਾ ਅਸਲੀ ਬੇਟਾ ਹੈ, ਜਿਹੜੀ ਇੰਨੀ ਬਹਾਦਰੀ ਦੇ ਨਾਲ ਉਹਨਾਂ ਦਾ ਪਵਿੱਤਰ ਸੀਸ ਚੱਕ ਕੇ ਆਨੰਦਪੁਰ ਸਾਹਿਬ ਲੈ ਕੇ ਆਏ ਹੋ। ਠੀਕ ਹੈ, ਇਸ ਗੱਲ ਦਾ ਹੁਣ ਤੁਸੀਂ ਧਿਆਨ ਰੱਖਣਾ। ਤਾਂ ਹੁਣ ਇੱਥੇ ਰਾਈਟ ਆਨਸਰ ਹੈ ਜੀ ਤੇ ਤੁਹਾਨੂੰ ਭਾਈ ਜੇਤਾ ਜੀ ਲਿਖਿਆ ਮਿਲੇਗਾ। ਵੈਸੇ ਤਾਂ ਭਾਈ ਜੇਤਾ ਜੀ ਹੀ ਹੈ, ਪਰ ਉਹਨਾਂ ਦਾ ਅਸਲੀ ਨਾਮ ਜਿਵੇਂ ਕਿ ਤੁਹਾਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਐਲਾਨ ਕੀਤਾ ਸੀ ਵਿਸਾਖੀ ਵਾਲੇ ਦਿਨ, ਜਦੋਂ ਖਾਲਸਾ ਦੀ ਸਿਰਜਣਾ ਕੀਤੀ ਸੀ, ਕਿ ਹਰੇਕ ਸਿੱਖ ਕੁੜੀ ਆਪਣੇ ਨਾਮ ਦੇ ਮਗਰ ਕੌਰ ਲਗਾਵੇਗੀ ਤੇ ਹਰੇਕ ਸਿੱਖ ਮੁੰਡਾ ਆਪਣੇ ਨਾਮ ਦੇ ਮਗਰ ਸਿੰਘ ਲਗਾਵੇਗਾ। ਤਾਂ ਉਸ ਪੁਆਇੰਟ ਆਫ ਵਿਊ ਤੋਂ ਇਹਨਾਂ ਦਾ ਬਾਅਦ ਵਿੱਚ ਨਾਮ ਸੀਗਾ ਭਾਈ ਜੀਵਨ ਸਿੰਘ। ਠੀਕ ਹੈ, ਆਪਸ਼ਨ ਨੰਬਰ ਆੜਾ ਇਸ ਦਾ ਰਾਈਟ ਆਨਸਰ ਹੈ। ਵੈਸੇ ਤਾਂ ਮੋਸਟ ਆਫ ਚਾਂਸ ਆ ਕਿ ਤੁਹਾਨੂੰ ਭਾਈ ਜੇਤਾ ਸਿੰਘ ਹੀ ਲਿਖਿਆ ਮਿਲੇਗਾ, ਤੇ ਬਾਕੀ ਤੁਸੀਂ ਜਿਨ੍ਹਾਂ ਨੇ ਜੇਤਾ ਸਿੰਘ ਸੋਚਿਆ ਉਹ ਆਪਣਾ ਰਾਈਟ ਆਨਸਰ ਵੀ ਲਗਾ ਸਕਦੇ ਨੇ। ਠੀਕ ਹੈ ਜੀ, ਤੇ ਜ਼ਿਆਦਾਤਰ ਬੁੱਕਸ ਤੇ ਤੁਹਾਨੂੰ ਭਾਈ ਜੀਵਨ ਸਿੰਘ ਵੀ ਲਿਖਿਆ ਮਿਲੇਗਾ। ਹੁਣ ਡਿਪੈਂਡ ਕਰਦਾ ਆਪਸ਼ਨ ਤੇ ਕਿ ਐਗਜ਼ਾਮ ਦੇ ਵਿੱਚ ਆਪਸ਼ਨ ਤੁਹਾਨੂੰ ਕੀ ਮਿਲਦੀ ਆ। ਅਗਲਾ ਪ੍ਰਸ਼ਨ, ਗੁਰੂ ਤੇਗ ਬਹਾਦਰ ਜੀ ਨੂੰ ਜਿਸ ਸਥਾਨ ਤੇ ਸ਼ਹੀਦ ਕੀਤਾ ਗਿਆ ਸੀ ਉੱਥੇ ਕਿਹੜਾ ਗੁਰਦੁਆਰਾ ਸਥਿਤ ਹੈ? ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਿੱਥੇ ਸ਼ਹੀਦ ਕੀਤਾ ਗਿਆ ਸੀ ਉੱਥੇ ਬਣਾਇਆ ਗਿਆ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ। ਆਪਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ। ਉਸ ਤੋਂ ਬਾਅਦ ਇਹਨਾਂ ਦੀ ਪਵਿੱਤਰ ਧੜ ਨੂੰ ਲੱਖੀ ਸਾਹ ਆਪਣੀ ਝੋਪੜੀ ਦੇ ਵਿੱਚ ਲੈ ਗਿਆ ਸੀ ਚੋਰੀ ਛੁਪੇ ਚੱਕ ਕੇ, ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕਰਨ ਦੇ ਲਈ ਆਪਣੀ ਝੋਪੜੀ ਨੂੰ ਅੱਗ ਲਗਾ ਦਿੱਤੀ ਸੀ। ਠੀਕ ਹੈ, ਤੇ ਇਸ ਕਰਕੇ ਉੱਥੇ ਬਣਿਆ ਗੁਰਦੁਆਰਾ ਰਕਾਬਗੰਜ ਸਾਹਿਬ। ਠੀਕ ਹੈ, ਕਿਹੜਾ ਗੁਰਦੁਆਰਾ ਬਣਿਆ? ਗੁਰਦੁਆਰਾ ਰਕਾਬਗੰਜ ਸਾਹਿਬ, ਜਿਹੜਾ ਕਿ ਸਰਦਾਰ ਬੰਗੇਲ ਸਿੰਘ ਨੇ ਬਣਵਾਇਆ ਸੀ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਤੇ ਜਿੱਥੇ ਆਨੰਦਪੁਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਆਨੰਦਪੁਰ ਸਾਹਿਬ, ਸ਼ੀਸ਼ਗੰਜ ਆਨੰਦਪੁਰ ਸਾਹਿਬ ਬਣਿਆ, ਸੀਸਗੰਜ ਆਨੰਦਪੁਰ ਸਾਹਿਬ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਚੰਡੀ ਦੀ ਵਾਰ ਵਿੱਚ ਕੁੱਲ ਕਿੰਨੇ ਗੁਰੂਆਂ ਦਾ ਜ਼ਿਕਰ ਆਇਆ ਹੈ? ਵੈਰੀ ਇੰਪੋਰਟੈਂਟ। ਹਾਂਜੀ, ਚੰਡੀ ਦੀ ਵਾਰ ਦੇ ਵਿੱਚ ਟੋਟਲ ਗੁਰੂਆਂ ਦਾ ਜ਼ਿਕਰ ਆਇਆ ਹੈ ਜੀ 9 ਗੁਰੂਆਂ ਦਾ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਚੰਡੀ ਦੀ ਵਾਰ ਵਿੱਚ ਕਿੰਨੇ ਦੋਹਰੇ ਹਨ? ਹਾਂਜੀ, ਹੁਣ ਤੁਸੀਂ ਦੱਸੋ ਕਿ ਚੰਡੀ ਦੀ ਵਾਰ ਦੇ ਵਿੱਚ ਦੋਹਰੇ ਕਿੰਨੇ ਆ? ਜਲਦੀ ਨਾਲ ਆਪਣਾ ਕਮੈਂਟ ਬਾਕਸ ਦੇ ਵਿੱਚ ਆਨਸਰ ਲਿਖੋ। ਚੰਡੀ ਦੀ ਵਾਰ ਦੇ ਵਿੱਚ ਦੋਹਰੇ ਆ ਜੀ 1, ਸਿਰਫ 1 ਦੋਹਰਾ ਹੈ ਚੰਡੀ ਦੀ ਵਾਰ ਦੇ ਵਿੱਚ, ਉਸ ਦਾ ਨਾਮ ਸੱਸਾ ਇਸ ਦਾ ਰਾਈਟ ਆਨਸਰ ਹੈ ਜੀ। ਠੀਕ ਹੈ, ਤੇ ਚੰਡੀ ਦੀ ਵਾਰ ਵਿੱਚ ਕਿਹੜਾ ਸੰਦ ਪ੍ਰਧਾਨ ਮੰਨਿਆ ਗਿਆ ਹੈ? ਕਿਹੜਾ ਛੰਦ ਹੈ ਵੀ ਤੁਹਾਨੂੰ ਆ ਸਕਦਾ, ਤਾਂ ਉਹ ਹੈਗਾ ਜੀ ਨਿਸ਼ਾਨੀ ਸਿਰਖੰਡੀ। ਠੀਕ ਹੈ, ਨਿਸ਼ਾਨੀ ਸਿਰਖੰਡੀ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਤੇ ਚੰਡੀ ਦੀ ਵਾਰ ਵਿੱਚ ਦੁਰਗਾ ਦੇਵੀ ਕਿਸ ਉੱਪਰ ਸਵਾਰ ਸੀਗੀ? ਸ਼ੇਰ ਦੇ ਉੱਪਰ ਸਵਾਰ ਸੀਗੀ। ਠੀਕ ਹੈ ਜੀ, ਇਹ ਵੀ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਇਸਨੂੰ। ਅਗਲਾ ਪ੍ਰਸ਼ਨ, ਪੰਜਾਬੀ ਵਿੱਚ ਧੁਨੀਆਂ ਕਿੰਨੀਆਂ ਹੁੰਦੀਆਂ ਹਨ? ਹਾਂਜੀ, ਪੰਜਾਬੀ ਦੇ ਵਿੱਚ ਜੋ ਧੁਨੀਆਂ ਦੀ ਗਿਣਤੀ ਆ ਉਹ ਹੈਗੀ ਆ ਜੀ 2। ਜਿਵੇਂ ਕਿ ਤੁਹਾਨੂੰ ਪਤਾ ਪੰਜਾਬੀ ਦੇ ਵਿੱਚ ਸਵਰ ਧੁਨੀਆਂ ਹੁੰਦੀਆਂ ਤੇ ਵਿਅੰਜਨ ਧੁਨੀਆਂ ਹੁੰਦੀਆਂ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਬਹੁਤ ਚੰਗੀ ਹੋਣਾ ਹੇਠ ਲਿਖੇ ਸ਼ਬਦਾਂ ਦੇ ਵਿੱਚੋਂ ਕੀ ਹੈ? ਹਾਂਜੀ, ਬਹੁਤ ਚੰਗੀ ਹੋਣਾ, ਬਹੁਤ ਚੰਗੀ ਹੋਣ ਦਾ ਮਤਲਬ ਕੀ ਆ? ਦੇਖੋ ਤੁਸੀਂ ਆਪ ਪੜੋ ਇਹਨੂੰ। ਚੰਗਾ ਹੋਣਾ ਮਤਲਬ ਆਪਾਂ ਕਿਸੇ ਦੇ ਗੁਣਾਂ ਦੀ ਵਿਸ਼ੇਸ਼ਤਾ ਕਰ ਰਹੇ ਹਾਂ, ਮਤਲਬ ਕਿਸੇ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ, ਤਾਂ ਮਤਲਬ ਇਹ ਕੋਈ ਨਾ ਕੋਈ ਵਿਸ਼ੇਸ਼ਣ ਹੋਊਗਾ। ਪਰ ਸੰਖਿਆਵਾਚਕ ਵਿਸ਼ੇਸ਼ਣ ਉਹ ਹੁੰਦਾ ਜਿਹਦੇ ਵਿੱਚ ਕੋਈ ਨਾ ਕੋਈ ਸੰਖਿਆ ਆ ਜੇ। ਜਿਵੇਂ ਅੱਜ ਉਸਨੇ ਅੱਧਾ ਕਿਲੋ ਦੁੱਧ ਪੀ ਲਿਆ, ਤਾਂ ਅੱਧਾ ਕਿਲੋ ਕੀ ਹੋ ਗਈ? ਸੰਖਿਆ ਆ ਗਈ, ਤਾਂ ਸੰਖਿਆਵਾਚਕ ਵਿਸ਼ੇਸ਼ਣ ਹੋਣਾ ਸੀ। ਹੁਣ ਬਹੁਤ ਚੰਗੀ ਹੋਣਾ ਗੁਣਵਾਚਕ ਵਿਸ਼ੇਸ਼ਣ ਆ ਇੱਥੇ, ਕਿਉਂਕਿ ਆਪਾਂ ਕਿਸੇ ਦੇ ਗੁਣਾਂ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅੱਗੇ ਆ ਜੀ,
ਭਾਵਵਾਚਕ ਨਾਮ ਚੁਣੋ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਨਾਮ 5 ਪ੍ਰਕਾਰ ਦੇ ਹੁੰਦੇ ਨੇ। ਆਮ ਨਾਮ, ਖਾਸ ਨਾਮ, ਇਕੱਠਵਾਚਕ ਨਾਮ, ਭਾਵਵਾਚਕ ਨਾਮ, ਵਸਤੂਵਾਚਕ ਨਾਮ। ਠੀਕ ਹੈ, ਤੇ ਜਿਹੜਾ ਭਾਵਵਾਚਕ ਨਾਮ ਆ ਇਹ ਉਹ ਨਾਮ ਹੁੰਦਾ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ, ਸੁਣ ਨਹੀਂ ਸਕਦੇ, ਫੜ ਨਹੀਂ ਸਕਦੇ, ਕੇਵਲ ਮਹਿਸੂਸ ਕਰ ਸਕਦੇ ਹਾਂ। ਤਾਂ ਭਾਵਵਾਚਕ ਨਾਮ ਚੁਣੋ, ਇਹਨਾਂ ਦੇ ਵਿੱਚੋਂ ਕਿਹੜਾ ਵਾ? ਅਸੀਂ, ਤੁਸੀਂ ਤਾਂ ਨਹੀਂਗਾ। ਠੀਕ ਹੈ, ਸੈਣਾ ਸੈਣੀ ਵੀ ਨਹੀਂਗਾ, ਰੰਗਾ ਰੰਗੀ ਵੀ ਨਹੀਂਗਾ, ਪਰ ਖੁਸ਼ੀ ਤੇ ਗਮੀ ਇਹ ਕੀ ਨੇ? ਭਾਵਵਾਚਕ ਨਾਮ ਨੇ। ਆਪਸ਼ਨ ਇੱਥੇ ਸੀ ਰਾਈਟ ਆਨਸਰ ਬਣ ਰਹੀ ਹੈ ਜੀ, ਆਪਸ਼ਨ ਸੀ। ਠੀਕ ਹੈ, ਜਿਹੜੇ ਸਟੂਡੈਂਟਸ ਨੇ ਇਸ ਆਪਸ਼ਨ ਦੇ ਹਿਸਾਬ ਨਾਲ ਮਤਲਬ ਇਹੀ ਆਪਸ਼ਨ ਸੋਚਿਆ, ਬਾਈ ਮਿਸਟੇਕ ਇੱਥੇ ਬੀ ਤੇ ਸੀ ਬਣਿਆ, ਅਲੱਗ-ਅਲੱਗ ਟਾਈਪ ਹੋਇਆ ਹੈ। ਜਿਹੜੇ ਸਟੂਡੈਂਟਸ ਨੇ ਗਮੀ ਸੋਚਿਆ ਵਾ ਮਤਲਬ ਕਿ ਦੁੱਖ ਤੇ ਸੁੱਖ ਸੋਚਿਆ ਵਾ, ਗਮੀ ਖੁਸ਼ੀ ਸੋਚਿਆ ਵਾ, ਉਹ ਇਸ ਨੂੰ ਆਪਣਾ ਸਹੀ ਆਨਸਰ ਮੰਨ ਲੈਣ। ਠੀਕ ਹੈ, ਅਗਲਾ ਪ੍ਰਸ਼ਨ। ਹਾਂਜੀ, ਅੱਗੇ ਹੈ ਕੋਈ ਗੀਤ ਗਾ ਰਿਹਾ ਹੈ। ਕੋਈ ਗੀਤ ਗਾ ਰਿਹਾ ਹੈ, ਇਸ ਵਿੱਚ ਪੜਨਾਮ ਦੀ ਤੁਸੀਂ ਕਿਸਮ ਦੱਸਣੀ ਆ ਕਿ ਕਿਹੜੀ ਕਿਸਮ ਪੜਨਾਮ ਦੀ ਬਣ ਰਹੀ ਹੈ ਸਹੀ। ਪੜਨਾਮ ਜਿਵੇਂ ਕਿ ਤੁਹਾਨੂੰ ਪਤਾ ਹੈ 6 ਤਰ੍ਹਾਂ ਦੇ ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਆ ਪੜਨਾਮ? ਪਹਿਲਾਂ ਤਾਂ ਤੁਸੀਂ ਇਹ ਦੱਸੋ। ਪੁਰਖਵਾਚਕ ਪੜਨਾਮ, ਨਿਜਵਾਚਕ ਪੜਨਾਮ, ਸੰਬੰਧਵਾਚਕ ਪੜਨਾਮ, ਪ੍ਰਸ਼ਨਵਾਚਕ ਪੜਨਾਮ, ਨਿਸ਼ਚੈਵਾਚਕ ਪੜਨਾਮ, ਅਨਿਸ਼ਚੈਵਾਚਕ ਪੜਨਾਮ। ਤੇ ਜੋ ਪੜਨਾਮ ਦੀਆਂ ਤੁਹਾਡੇ ਵਿੱਚ ਕੋਲ ਕਿਸਮਾਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਨੇ, ਇਹਨਾਂ ਦੇ ਵਿੱਚੋਂ ਇੱਕ ਵਾਕ ਦਿੱਤਾ ਹੈ ਤੁਹਾਡੇ ਸਾਹਮਣੇ ਕਿ ਕੋਈ ਗੀਤ ਗਾ ਰਿਹਾ ਹੈ, ਤਾਂ ਤੁਸੀਂ ਇਸ ਦੀ ਦੱਸੋ ਕਿ ਇਹ ਕਿਹੜੀ ਕਿਸਮ ਆ। ਤਾਂ ਇਸ ਦੀ ਜੇਕਰ ਆਪਾਂ ਗੱਲ ਕਰੀਏ ਜੀ, ਦੇਖੋ ਸਭ ਤੋਂ ਪਹਿਲਾਂ ਸੰਬੰਧਵਾਚਕ ਪੜਨਾਮ ਉਹ ਹੁੰਦਾ ਜਿਹੜਾ ਕਿ ਦੋ ਯੋਜਕ ਦੀ ਤਰ੍ਹਾਂ ਕੰਮ ਕਰਦਾ। ਯੋਜਕ ਦਾ ਮਤਲਬ ਹੁੰਦਾ ਵਾਕਾਂ ਨੂੰ ਜੋੜਨ ਦਾ ਕੰਮ ਕਰਦਾ। ਠੀਕ ਹੈ, ਅਨਿਸ਼ਚੈਵਾਚਕ ਉਹ ਹੁੰਦਾ ਜਿਹਦੇ ਵਿੱਚ ਸਾਨੂੰ ਨਿਸ਼ਚਿਤ ਸੰਖਿਆ ਨਾ ਪਤਾ ਹੋਵੇ। ਜਿਵੇਂ ਕੁਝ ਮੁੰਡੇ ਪੜ੍ਹ ਰਹੇ ਨੇ, ਸਾਰੇ ਲੋਕ ਮੇਲੇ ਵਿੱਚ ਘੁੰਮ ਰਹੇ ਨੇ। ਠੀਕ ਹੈ, ਜਿਹਦੇ ਵਿੱਚ ਸਾਨੂੰ ਨਿਸ਼ਚਿਤ ਸੰਖਿਆ ਵਾ ਜਿਹੜੀ ਉਹ ਨਾ ਪਤਾ ਹੋਵੇ। ਇਹਦੇ ਵਿੱਚ ਆ ਸਕਦਾ ਸਭ, ਥੋੜੇ, ਕੁਝ, ਬਹੁਤ, ਸਾਰੇ, ਕਈ, ਅਨੇਕ। ਠੀਕ ਹੈ, ਕੋਈ ਗੀਤ ਗਾ ਰਿਹਾ ਹੈ। ਤਾਂ ਕੋਈ ਗੀਤ ਗਾ ਰਿਹਾ ਹੈ ਮਤਲਬ ਸਾਨੂੰ ਇਹਦੇ ਵਿੱਚ ਗੀਤ ਕਿੰਨੇ ਜਾਣੇ ਗਾ ਰਹੇ ਆ ਇਹ ਮੈਂਸ਼ਨ ਨਹੀਂ ਕੀਤਾ ਹੋਇਆ, ਸਿਰਫ ਇਹੀ ਕਿਹਾ ਹੋਇਆ ਕਿ ਕੋਈ ਗੀਤ ਗਾ ਰਿਹਾ। ਜਿਹਦੇ ਵਿੱਚ ਸਾਨੂੰ ਨਿਸ਼ਚਿਤ ਨਾ ਸੰਖਿਆ ਪਤਾ ਲੱਗੇ ਨਾ, ਉਹਨੂੰ ਅਸੀਂ ਅਨਿਸ਼ਚੈਵਾਚਕ ਪੜਨਾਮ ਬੋਲਦੇ ਆ। ਤਾਂ ਇੱਥੇ ਆਪਸ਼ਨ ਏ ਹੀ ਰਾਈਟ ਆਨਸਰ ਹੈ। ਠੀਕ ਹੈ, ਨਿਜਵਾਚਕ ਪੜਨਾਮ ਉਹ ਹੁੰਦਾ ਜਿਹੜੇ ਪੜਨਾਮ ਵਾਕ ਵਿੱਚ ਕਰਤਾ ਦੀ ਥਾਂ ਵਰਤੇ ਜਾਂਦੇ ਆ ਤੇ ਕਰਤਾ ਦੇ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਵੀ ਦੱਸ ਜਾਂਦੇ ਆ। ਜਿਵੇਂ ਮੈਂ, ਆਪ, ਆਪਸ। ਠੀਕ ਹੈ, ਜਿਵੇਂ ਆਪ ਨੂੰ ਤਾਸ਼ ਖੇਡਣ ਦਾ ਸ਼ੌਂਕ, ਮੁੰਡੇ ਆਪਸ ਵਿੱਚ ਲੜ ਰਹੇ ਹਨ, ਇਸ ਤਰ੍ਹਾਂ। ਠੀਕ ਹੈ ਜੀ, ਤਾਂ ਹੁਣ ਇਹ ਅਨਿਸ਼ਚੈਵਾਚਕ ਹੀ ਬਣ ਰਿਹਾ ਹੈ। ਅਗਲਾ ਪ੍ਰਸ਼ਨ, ਪੜਨਾਮੀ ਵਿਸ਼ੇਸ਼ਣ ਚੁਣੋ। ਹਾਂਜੀ, ਪੜਨਾਮੀ ਵਿਸ਼ੇਸ਼ਣ ਚੁਣਨੇ ਆ। ਵਿਸ਼ੇਸ਼ਣ ਦੀ ਗੱਲ ਆ ਗਈ ਇੱਥੇ। ਵਿਸ਼ੇਸ਼ਣ ਦੀ ਅੱਗੇ ਇੱਕ ਟਾਈਪ ਆ ਪੜਨਾਮੀ ਵਿਸ਼ੇਸ਼ਣ। ਤਾਂ ਇਹਦੇ ਵਿੱਚੋਂ ਕਿਹੜੇ ਆ ਪੜਨਾਮੀ ਵਿਸ਼ੇਸ਼ਣ? ਤਾਂ ਉਹ ਹੈਗੇ ਆ ਜੀ ਕੌਣ। ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਸੁਚੇਤ ਸ਼ਬਦ ਦਾ ਸਮਾਨਾਰਥਕ ਕੀ ਹੈ? ਹਾਂਜੀ, ਸੁਚੇਤ ਸ਼ਬਦ। ਠੀਕ ਹੈ, ਇਸ ਦਾ ਜਿਹੜਾ ਸਮਾਨਾਰਥਕ ਸ਼ਬਦ ਆ ਉਹ ਕੀ ਆ? ਜਲਦੀ ਨਾਲ ਦੱਸੋ। ਇਸ ਦਾ ਸਮਾਨਾਰਥਕ ਸ਼ਬਦ ਆ ਜੀ ਸੁਚੇਤ ਦਾ ਜਗ। ਠੀਕ ਹੈ, ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ। ਦੇਖੋ, ਸਰਲ ਰਹਿਣਾ, ਠੀਕ ਹੈ, ਸਖਣਾ ਰਹਿਣਾ, ਉੱਜੜ ਜਾਣਾ। ਤੇ ਇਹ ਸੁਚੇਤ ਦੇ ਜਿਹੜੇ ਸ਼ਬਦ ਦੇ ਸਮਾਨਾਰਥਕ ਨਹੀਂ ਬਣ ਰਹੇ, ਇਸ ਦਾ ਅਰਥ ਬਣ ਰਿਹਾ ਹੈ ਜਗ, ਸੁਚੇਤ। ਠੀਕ ਹੈ, ਅੱਗੇ ਆ ਜਿਨ੍ਹਾਂ ਸ਼ਬਦਾਂ ਨੂੰ ਹੋਰ ਨਾ ਵੰਡਿਆ ਜਾ ਸਕੇ ਉਹਨਾਂ ਨੂੰ ਕੀ ਕਹਿੰਦੇ ਹਨ? ਹਾਂਜੀ, ਜਿਨ੍ਹਾਂ ਸ਼ਬਦਾਂ ਨੂੰ ਹੋਰ ਨਾ ਵੰਡਿਆ ਜਾਵੇ, ਅੱਗੇ ਦੀ ਅੱਗੇ ਹੋਰ ਨਾ ਵੰਡਿਆ ਜਾ ਸਕੇ, ਉਹਨਾਂ ਨੂੰ ਮੂਲ ਸ਼ਬਦ ਬੋਲਦੇ ਆ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਕਿਹੜੇ ਸ਼ਬਦ ਬੋਲਦੇ ਆ? ਮੂਲ ਸ਼ਬਦ ਬੋਲਦੇ ਆ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਮੂਲ ਸ਼ਬਦ ਹੁੰਦੇ ਆ ਜਿਨ੍ਹਾਂ ਨੂੰ ਅੱਗੇ ਨਹੀਂ ਵੰਡਿਆ ਜਾਂਦਾ। ਅਗਲਾ ਪ੍ਰਸ਼ਨ ਆ, ਤੀਵੀਂ ਦੀ ਥਾਂ ਤੀਵੀਂ ਕਿਸ ਉਪਬੋਲੀ ਵਿੱਚ ਬੋਲਿਆ ਜਾਂਦਾ ਹੈ? ਇਹ ਤਾਂ ਮੈਂ ਤੁਹਾਨੂੰ ਬਹੁਤ ਵਾਰ ਦੱਸ ਦਿੱਤਾ ਕਿ ਮਾਲਵਾ ਦੇ ਵਿੱਚ, ਮਾਲਵਾ ਖੇਤਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹ ਵਾਵੇ ਦੀ ਜਗ੍ਹਾ
मम्मे का इस्तेमाल करते हैं। जिमें मैं बार बार जिमें बोल रही हाँ, मैं भी जिमें नूं आपां लिखते किवें आ जिवें, ठीक है, पर बोलते हैं जिमें। तो मलवई वाले इदां दे लोग आ जिहड़े मलवई मालवे खित्तर च आउंदे आ, वो तीवीं यानी कि मम्मे की थां वावे की थां मम्मा बोलते आ, ठीक है, मलवई वाले। ऑप्शन सी इज द राइट आंसर। पर माझे दे विच इस तरह के लोग आ जाते हैं जिहड़े माझी बोलते आ, वो जिमें बोलते आ एग्जैक्ट उस तरह ही लिखते आ, ठीक है, इस गल का ध्यान रखना। अगला प्रश्न, केड़ा शब्द दरख्त का समानार्थी नहीं है? हाँ जी, दरख्त का समानार्थी केड़ा इन्हां दे विचों नहीं गा? नहीं गा, नहीं, मैं सॉरी बाय मिस्टेक गलत बोल दिता। केड़ा शब्द दरख्त का समानार्थी है? दरख्त के समानार्थक लभना, दरख्त नूं असीं बोल दिंदे आ बिरख। ऑप्शन बी इज द राइट आंसर है, ठीक है, जिथे फल सीगी ऑप्शन। अगला प्रश्न, इन्हां विचों केड़ा लोकधारा का लक्षण नहीं है? हाँ जी, इन्हां दे विचों केड़ा वा जिहड़ा लोकधारा नाल संबंधित नहीं गा? लोकधारा, मौखिकता, परंपरा, लोक प्रवानगी जां फिर केंद्री भाषा? तो इसका राइट आंसर है जी ऑप्शन नंबर सस्सा, केंद्री भाषा लोकधारा दे नाल संबंधित आ जिहड़ा लक्षण आ नहीं गा। अगला प्रश्न, पंजाबी लोकधारा समग्री इकत्तर करन दा काम सब तो पहला शुरू किया? हाँ जी, पंजाबी लोकधारा समग्री इकत्तर करन दा काम सब तो पहला किन्ना ने शुरू किया सी? तां इह शुरू किया गया सी ईसाई मशीनरियां ने। ऑप्शन ई डी इज द राइट आंसर। अगला प्रश्न है जी, किकली किकली लोक गीतां दी किस वणगी नाल संबंधित है? हाँ जी, किकली है जिहड़ा वो लोक गीतां दी किहड़ी वणगी नाल संबंधित आ? संस्कार गीत नाल आ, जां कारज गीत नाल आ, जां नृत्य गीत नाल आ, जां दिनां त्योहारां दे गीत नाल आ? तां राइट आंसर है जी ऑप्शन नंबर ई डी, नृत्य गीत नाल संबंधित आ। अगला प्रश्न, ब्रैकेट दे विच दिते गए विश्राम चिन्ह दा की नाम है? हाँ जी, ब्रैकेट दे विच एक विश्राम चिन्ह पाया वा, इसका की नाम आ? जिहड़ा ज़्यादातर इस तरह पाया यूज़ किया जाता वा जां ज़्यादातर चिच्चे नाल यूज़ किया जाता वा, ठीक है। तो ब्रैकेट दे विच जिहड़ा चिन्ह दिता होया है इसका नाम आ जी, इसनूं की बोलदे आ? इसनूं बोलदे आ छुट मरोड़ी। ऑप्शन नंबर आड़ा इज द राइट आंसर। जिवें पानी घड़े च पिया, इहदा मतलब की आ कि पानी घड़े विच पिया, ठीक है। तो ये छुट मरोड़ी बोल दिंने असीं इस तरह दे साइन नूं, जिसदा तुसीं देख सकदे हो इस्तेमाल तो दे नाल भी हुंदा ते चच्चे नाल भी हुंदा, ठीक है जी। अगला प्रश्न, हेठ लिखे वाक विच विश्राम चिन्ह लगा के सही चुनो। हाँ जी, तुसीं विश्राम चिन्ह लगाउणा ते देखना कि किहड़ा वाक आ। मम्मी वीरा आ गया है। हुण देखो जदों आपां मम्मी बोलदे आ तां आपां की कहना वा, थोड़ा जा मतलब कि आपां ठहराव पाउने आ, थोड़ा ठहराव पाउने आ ना। जदों थोड़ा ठहराव पाया जांदा तां उत्थे असीं कोमा लगा दिंने आ, मम्मी वीरा आ गया है। तो ऑप्शन नंबर इत्थे असीं लगावांगे जी। देखो ये जिहड़े स्टूडेंट्स ये ऑप्शन सोच रहे हैं ना, तो इस कौमियां की वरतों असीं उदों करते हैं जदों असीं किसी दी कही हुई गल नूं एग्जैक्ट उस तरह लिखना होवे, ठीक है। तो हुण ये कौमे आ जिहड़े ये तिन्नां वाकां दे विच गलत लगे हुए आ, तो ऑप्शन ऊड़ा इत्थे राइट आंसर है, मम्मी वीरा आ गया है। अगला प्रश्न, विश्राम चिन्ह ला के सही वाक चुनो। हाँ जी, फिर तुसीं विश्राम चिन्ह लगाउणा है तो हुण सही वाक बनना इहदे विचों, बई वाह तू कमाल कर दिता है, जमात विचों अब्बल आ के, ठीक है। तो इत्थे विश्राम चिन्ह देखो किहड़ा लगेगा, वही वाह। तो असीं इहदे विच थोड़ा जा वाह बई वाह, कई बार तो इदां भी बोल दिंदे कई बार बल्ले तेरे, हरेक मतलब कि जगह ते अलग अलग बोली है जिहड़ी इस्तेमाल की जाती है। पर तुसीं देखो इत्थे असीं ज़्यादा ठहराव पा रहे हैं, वही वाह, कई बोलते आ वाह बई, ठीक है, ज़्यादा ठहराव पाउने आ तो उत्थे असीं विस्मिक की वरतों करते हैं। विस्मिक जिवें कि तुहानूं पता है इस साइन नूं विस्मिक बोलते हैं, ठीक है, विस्मिक की वरतों करते हैं। तो तू कमाल कर दिता है, फिर थोड़ा जिहा ठहराव आउंदा जमात विचों फस्ट आके जां अव्वल आके, ठीक है। तो राइट आंसर इत्थे ऑप्शन ऊड़ा ही बन रहा है, ठीक है। आड़ा क्यों नहीं, ईड़ी क्यों नहीं बनेगी, क्योंकि इत्थे कौमे लगे हुए आ। हाँ जी, अगला प्रश्न नैक्सट है जी, तुहानूं अखाण दित्ती हुई है जिसनूं तुसीं कंप्लीट करना है अखाण नूं। तो इस अखाण नूं देखो तुसीं किवें कंप्लीट करोगे, दीवे थल्ले अगे अखाण आ ते इसनूं पूरा करना। तो दसो दीवे थल्ले नैक्सट की आवेगा, मीन आवेगा, ताल आवेगा, हनेरा आवेगा जां प्लेट आवेगा। दीवे थल्ले हनेरा,
ਇਹ ਅਖਾਣ बन रही है दीवे थले हनेरा। ऑप्शन ईडी इत्थे राइट आंसर है। अगला प्रश्न है मीह नहीं पी ते फसलां सुक गईयां। ठीक है, मीह नहीं पिया ते फसलां सुक गईयां, इत्थे हो सकदा पिया। ठीक है, तो एक बाग दी केड़ी किस्म आ मीह नहीं पिया ते फसलां सुक गईयां। ये बाग दी किस्म पूछी गई है जी तुहानू। बाग दियां किस्मां दे विच तुसीं पढ़िया होना संयुक्त बाग भी। ठीक है, तो इस बाग दे विच राइट आंसर आवेगा जी संयुक्त बाग। ठीक है, संयुक्त बाग आ एक हुंदा सधारण। ठीक है, एक हुंदा संयुक्त ते एक हुंदा मिश्रित। ठीक है, ये हैगा संयुक्त। अगला प्रश्न है जी ਜਿਹੜਾ ਜੂਨਾਂ ਤੋਂ ਰਹਿ ਹੋਵੇ। हाँ जी, ਜਿਹੜਾ ਜਿਹਦੀ ਕੋਈ ਯੂਨ ਨਾ ਹੋਵੇ मतलब ਜਿਹੜਾ ਯੂਨਾਂ ਤੋਂ ਪਰੇ ਹੋਵੇ ਉਸ ਨੂੰ ਕੀ ਬੋਲਦੇ ਆ। ਠੀਕ ਹੈ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਜਿਹੜਾ ਜੂਨਾਂ ਤੋਂ ਰਹਿ ਹੋਵੇ, ਰਹਿਤ ਹੋਵੇ ਹੋ ਸਕਦਾ ਇੱਥੇ। ਠੀਕ ਹੈ, ਜਾਂ ਤੁਹਾਨੂੰ ਆ ਸਕਦਾ ਜਿਹਦੀ ਕੋਈ ਜੂਨ ਨਾ ਹੋਵੇ, ਜਿਹੜਾ ਬਾਰ-ਬਾਰ ਜੂਨਾਂ 'ਚ ਨਾ ਆਉਂਦਾ ਹੋਵੇ, ਉਹਨੂੰ ਅਸੀਂ ਬੋਲਦੇ ਹਾਂ ਅਯੂਨੀ। ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਹੈ। अगला प्रश्न किरिया विशेषण दियां किन्नियां किस्मां हुंदियां हन। हाँ जी, वेरी इंपॉर्टेंट किरिया विशेषण दियां किस्मां पुछियां जा रही ने इत्थे तुहानू। तां किरिया विशेषण की जे आपां गल करिए इस दियां 8 किस्मां हुंदियां ने। ऑप्शन सस्सा इसका राइट आंसर है। किहड़ियां कालवाचक किरिया विशेषण, स्थानवाचक किरिया विशेषण, प्रकारवाचक किरिया विशेषण, मिणतीवाचक किरिया विशेषण, संख्यावाचक किरिया विशेषण, निर्णयवाचक किरिया विशेषण, कारणवाचक किरिया विशेषण, निश्चयवाचक किरिया विशेषण। देखो हुण तक 2 पेपर होए आ पंजाबी एलिजिबिलिटी दे, बहुत ज़्यादा डिटेल दे विच MCQ आए ने, जानी कि कालवाचक किरिया दे नाल संबंधित आए आ, किरिया दे विशेषण दियां अगे किस्मां दे विचों आए आ। तां ये जिहड़ियां किरिया विशेषण दियां किस्मां ने जी, तुसीं इन्हां नूं तां ध्यान नाल पढ़ना ही पढ़ना। नाल दी नाल मैं पूरी डिटेल दे विच टॉपिक शुरू कीते होए ने तां जो तुहानूं पंजाबी दे विचों जिन्नी डूंघाई नाल MCQ आ जाण तुसीं आसानी नाल अटैम्प्ट कर सको। तुसीं उन्हां दे नोट्स बना लैणे ने ते उन्हां नूं जां पढ़ के समझ लेना है। नैक्सट है जी योजक चुनो। हाँ जी, योजक की हुंदा जिहड़ा 2 शब्दां नूं जोड़दा वा। ठीक है, जां 2 वाकां नूं जोड़दा वा ते 2 वाकां जां 2 शब्दां नूं जोड़न लई की वरतिया जांदा। देखो जिवें आपां कहना होवे कि सीमा अते रीता दोवें की ने भैणां हन, ਤਾਂ ਸੀਮਾ ਅਤੇ ਰੀਤਾ ਅਤੇ ਲੱਗ ਗਿਆ ਨਾ, ਅਤੇ ਨੇ ਕੀ ਕੀਤਾ ਦੋਨਾਂ ਨੂੰ ਜੋੜ ਦਿੱਤਾ, ਦੋਨੇ ਸ਼ਬਦਾਂ ਨੂੰ ਜੋੜ ਦਿੱਤਾ। ਤਾਂ ਰਾਈਟ ਆਨਸਰ ਕੀ ਹੋਊਗਾ ਇਹਦੇ ਵਿੱਚ ਊੜਾ ਆਪਸ਼ਨ ਰਾਈਟ ਹੋਊਗੀ ਯੋਜਕ ਚੁਣੋ ਅਤੇ। ਠੀਕ ਹੈ, ਜਾਂ ਫਿਰ ਉਹ ਪਾਸ ਹੋ ਗਿਆ ਕਿਉਂਕਿ ਉਹਨੇ ਮਿਹਨਤ ਕੀਤੀ ਸੀ। ਜਿਹੜੇ ਮਿਹਨਤ ਕਰਦੇ ਨੇ ਸੋ ਪਾਸ ਹੋ ਜਾਂਦੇ ਨੇ। ਠੀਕ ਹੈ, ਇਸ ਤਰ੍ਹਾਂ ਤੁਸੀਂ ਸੋਚ ਸਕਦੇ ਹੋ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। अगला प्रश्न जिस साल वर्खा ना होवे। हाँ जी, जिस साल वर्खा ना होवे उसनूं की बोलते ने, किहड़ा मौसम जां की बोल दिंदे ने, औड़ बोलदे आ उहनूं। ऑप्शन ऊड़ा इज द राइट आंसर। अगला प्रश्न दुआबी भाषा किहड़े किहड़े इलाके विच बोली जाती है। हाँ जी, दुआबी तो याद रखना दुआबा इलाका किहड़ा वा सतलुज अते ब्यास दे विचकारला इलाका ते इस दे विच आउंदे ने। ਤਾਂ ਇਸ ਦੇ ਵਿੱਚੋਂ ਜ਼ਿਲ੍ਹੇ ਆਉਂਦੇ ਆ ਜੀ ਜਲੰਧਰ ਅਤੇ ਹੁਸ਼ਿਆਰਪੁਰ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਪੰਜਾਬੀ ਵਿੱਚ ਵਿਅੰਜਨ ਅੱਖਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ। ਹਾਂਜੀ, ਪੰਜਾਬੀ ਦੇ ਵਿੱਚ ਵਿਅੰਜਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਪੰਜਾਬੀ ਧੁਨੀਆਂ 2 ਤਰ੍ਹਾਂ ਦੀਆਂ ਹੁੰਦੀਆਂ ਸਵਰ ਅਤੇ ਵਿਅੰਜਨ। ਸਵਰ ਹੁੰਦੇ ਆ 3 ਊੜਾ ਆੜਾ ਈੜੀ। ਠੀਕ ਹੈ, ਪੰਜਾਬੀ ਦੀ ਜਿਹੜੀ ਗਿਣਤੀ ਆ ਸੱਸੇ ਤੋਂ ਡਾੜੇ ਤੱਕ, ਊੜੇ ਤੋਂ ਡਾੜੇ ਤੱਕ ਇਹ ਹੁੰਦੀ ਆ 35। ਠੀਕ ਹੈ, ਊੜੇ ਤੋਂ ਡਾੜੇ ਤੱਕ ਇਹ ਹੁੰਦੀ ਆ 35 ਗਿਣਤੀ। ਉਹਨਾਂ ਦੇ ਵਿੱਚੋਂ 3 ਤਾਂ ਆਪਾਂ ਕੱਢ ਦਿੱਤੇ ਆ ਸਵਰ, ਜਦੋਂ 3 ਸਵਰ ਕੱਢਤੇ ਮਗਰ ਰਹਿ ਗਏ 32 ਵਿਅੰਜਨ। ਤਾਂ ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ ਕਿ ਵਿਅੰਜਨ ਨੇ। ਠੀਕ ਹੈ ਜੀ। ਅਗਲਾ ਪ੍ਰਸ਼ਨ ਅਭਿਆਸ ਸ਼ੁੱਧ ਕਿਵੇਂ ਲਿਖਿਆ ਜਾਵੇਗਾ। ਹਾਂਜੀ, ਅਭਿਆਸ ਨੂੰ ਇੱਥੇ ਮਾਫ ਕਰਨਾ ਸਿੱਧਾ ਹੀ ਮਤਲਬ ਭੱਬੇ ਨੂੰ ਵਿਹਾਰੀ ਆਪਣੇ ਆਪ ਹੀ ਪੈ ਗਿਆ, ਇਸ ਤਰ੍ਹਾਂ ਸੀਗਾ ਅਭਿਆਸ। ਤਾਂ ਇਹਨੂੰ ਤੁਸੀਂ ਸਹੀ ਰੂਪ ਦੇਣਾ ਸੀਗਾ ਕਿ ਸਹੀ ਕਿਵੇਂ ਲਿਖਿਆ ਜਾਊਗਾ, ਤਾਂ ਤੁਸੀਂ ਦੱਸ ਦੇਣਾ ਸੀ ਕਿ ਭੱਬੇ ਵਿਹਾਰੀ ਹੋਣਾ ਸੀ। ਠੀਕ ਹੈ, ਤਾਂ ਇਸ ਦਾ 1 ਨੰਬਰ ਤੁਸੀਂ ਆਪਣੇ ਆਪ ਵਧਾ ਸਕਦੇ ਹੋ। ਠੀਕ ਹੈ ਜੀ, ਕਿਉਂਕਿ ਬਾਈ ਮਿਸਟੇਕ ਮੇਰੇ ਤੋਂ ਇਹ ਸਹੀ ਹੋਈ ਲਿਖਿਆ ਗਿਆ ਵਿੱਚ। ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ। ਹਾਂਜੀ, ਸਮਾਸੀ ਸ਼ਬਦ ਚੁਣਨੇ ਆ ਤੁਸੀਂ। ਇਹਨਾਂ ਦੇ ਵਿੱਚੋਂ ਕਿਹੜੇ ਨੇ। ਅੰਨ ਰੋਟੀ ਕੋਈ ਸਮਾਸੀ ਆ, ਅੰਨ ਪਾਣੀ ਬਣ ਸਕਦਾ। ਠੀਕ ਹੈ, ਅੰਨ ਪਾਣੀ ਹੁੰਦਾ ਸਮਾਸੀ। ठीक है, तो ऑप्शन नंबर इत्थे आड़ा ही राइट होवेगा अंन पानी।
अगला प्रश्न, अद्धक दी वरतों वाला ठीक शब्द जोड़ चुनो। हाँ जी, अद्धक दी वरतों वाला तुसी शब्द चुनना है, किहड़ा वा? तकड़ी आ। ठीक है, पता लग रहा कि उन्हें तकड़ी पाउण दी कोशिश की आ, तो तुसी तकड़ी आप पा के देखो किवें पैंदा। अद्धक दी वरतों उत्थे कीती जांदी है जिथे शब्द ते थोड़ा जिहा दबाव पाया जांदा, जिवें थोड़ा घोट के बोलिया जांदा, तकड़ी। तो ऑप्शन ईडी इत्थे राइट बनदी है, सस्सा ऑप्शन उत्ते अद्धक वाली आ। अगला प्रश्न, भाववाचक नाम चुनो। हाँ जी, भाववाचक नाम किहड़े आ? सॉरी ये रिपीट हो गया वा, गमी ते खुशी आ। ऑप्शन आड़ा इज द राइट आंसर। अगला प्रश्न, हत्थी छावां करनियां दा की मतलब आ? हाँ जी, जो आप किसी को आपदे हत्थे, तुसीं सोच के देखो पक्खा झलदे हैं, लाइट ना होवे कई वारी आपां पक्खी नहीं झलण लग जांदे, तो ਉਹਦਾ मतलब की हुंदा कि आपां उसदा बहुत आदर मान कर रहे हैं, मतलब ਉਹਦਾ बहुत सत्कार कर रहे हैं। तो ऑप्शन इत्थे आड़ा राइट होगी कि हत्थी छावां करनियां, जानी कि किसी का आदर मान करना। ऑप्शन आड़ा इज द राइट आंसर। अगला प्रश्न, मेहनत वध लाभ घट लई अखाण चुनो। हाँ जी, उत्थे असीं किहड़ा अखाण वरतांगे जिथे मेहनत वध होवे ते लाभ घट? पुट्टिया पहाड़, निकलिया चूहा। खोदिया पहाड़, निकलिया चूहा। कोई किवें बोलदा, कोई किवें बोलदा। ऑप्शन आड़ा इत्थे राइट आंसर है। अगला प्रश्न, ओ दिन डुब्बा जद, अखाण पूरी करनी है तुसीं ये, ठीक है। ओ दिन डुब्बा, किहड़ी अखाण आऊगी ये पूरी करनी अगे? ओ दिन डुब्बा जद घोड़ी चढ़िया कुब्बा। ऑप्शन सस्सा इज द राइट आंसर है, ठीक है जी। अगला प्रश्न असीं करते हैं, शुद्ध मुहावरा चुनो। हाँ जी, साह रुकना, साह सुकना, साह मुकना जां साह लैना। तो शुद्ध मुहावरा वा जी साह सुकना, ठीक है। ऑप्शन आड़ा इज द राइट आंसर। अगला प्रश्न, वर्तमान काल चुनो। हाँ जी, ये तुसीं वर्तमान काल चुनना। देखो काल दियां तीन किस्मां हुंदियां, एक हुंदा लंघ चुकिया समा जिन्हों असीं अतीत बोलते हैं, पास्ट बोलते हैं। एक समा हुंदा प्रैजेंट जिहड़ा चल रहा है, जिन्हों असीं वर्तमान बोलते हैं। एक हुंदा फ्यूचर जिहड़ा कि आउण वाला समा हुंदा, भविख काल बोलते हैं, ठीक है। हुण इहदे विचों असीं वर्तमान चुनना। जे आपां सी ते सन की गल करिए, जिवें मैं बोलां राम पढ़ रहा सी, मतलब हुण तां पढ़ हट गया ना, पढ़ रहा सी मतलब तो पहला पढ़ रहा सी, हुण तो समा लंघ चुके जदों पढ़ रहा सी। फिर राम पढ़ेगा मतलब हजे उन्हें पढ़ना वा, ठीक है। तो राम पढ़ेगा मतलब उन्हें हजे पढ़ना वा, तो यह तो आने वाले समय की गल होगी। आपां वर्तमान की करनी है, जिहड़ा वर्तमान समा चल रहा, राम पढ़ रहा है। तो ऑप्शन ऊड़ा इत्थे राइट आंसर बनेगी, ठीक है जी। अगला प्रश्न है, किरिया दीयां किन्नियां किस्मां हुंदियां हन? हाँ जी, किरिया दीयां किहड़ियां किस्मां हुंदियां? सकर्मक किरिया अते अकर्मक किरिया, मतलब किरिया दीयां दो किस्मां हुंदियां। अगला प्रश्न, हेठ लिखे शब्दां विचों एक शब्द चुनो। हाँ जी, हेठ लिखे शब्दां दे विचों तुसीं एक शब्द चुनना, किहड़ा होगा वो? किहड़ा एक शब्द मतलब एक वचन चुनना वा। देखो फल, फर्नीचर, घोड़ा, ये सारे की हो गए बहुवचन। फल दे विच तां बहुत चीज़ां आ जांदियां ना, कि पता किहड़े किहड़े फल होणगे, ठीक है। फर्नीचर, फर्नीचर विच भी वाहवा चीज़ां आ जांदियां, भी बहुवचन बन गया। घोड़ा, घोड़ा की है एक वचन आ, मुंडे बहुवचन आ। तो ऑप्शन ईडी इत्थे राइट आंसर होवेगा। अगला प्रश्न, घोड़ा दा इस्त्रीलिंग बनाओ। हाँ जी, घोड़े दा इस्त्रीलिंग होवेगा घोड़ी। ऑप्शन आड़ा इज द राइट आंसर। हाँ जी, इस दे नाल साडी अज दी वीडियो खत्म हुंदी है। ये वीडियो तुहानूं किस तरह की लगी, कृपा करके कमेंट बॉक्स दे विच जरूर दस देना। ते इस दे विचों तुहाडे किन्ने MCQ सही गए, ये भी तुसीं कमेंट बॉक्स दे विच जरूर दसना। तो हुण तैयार रहो तुसीं 8:30 बजे अपने मेन पेपर दे लई। मेन पेपर दे विच बहुत ज़्यादा इंपॉर्टेंट MCQ लए गए ने, जिहड़े मोस्ट ऑफ एग्जाम दे विच रिपीटड हुंदे रहिंदे ने, अक्सर एग्जाम दे विच रिपीटड ही पाए गए आ। तां उहदे विच भी तुसीं सारिआं ने अपनी हाज़री जरूर लवाउणी आ। धन्नवाद जी, थैंक्स फॉर वॉचिंग।